विवादां दा टोकरा कहा जा सकता गुरदास मान इस वक्त, क्योंकि सीधा ही उसने गुरु साहिबाना दे नाल जिहड़ी है इस सिख कौम की एक किस्म की समझें कि तौहीन की है। और वो की कहंदे ने कहावत के मत मार दिंदी, हुण मत मरी है चिलमा पी पी के सिक्का पी पी के, ते वो फिर हरकत आप भी हुण इहनूं कई लोग सोशल नैटवर्क मीडिया ते वेखो किहो जिहे स्लोगन दे रहे ने। ये भी लोग कह रहे हैं कि गद्दी हदियाउण वास्ते इहो जिहियां पुठियां सिद्धियां टकुसियां मारन लग पए। पहला भी ये बहुत ज़्यादा हरकत इहो जिहियां करदा रहा कि एक अद्धा गाना कढ़ दिता कि चल मेरे भाई गुरुआं नूं समर्पित हो गए, पर अंदरों तुसीं समर्पित हो। तुसीं सुन रहे हो चावला न्यूज़ नेटवर्क टोरंटो, CNN टोरंटो। किदा साहब स्वागत है जी आयां नूं, सत श्री अकाल। सत श्री अकाल चावला साहब, सत श्री अकाल सारे दर्शकों ਨੂੰ, ਸਾਰੇ ਸਰੋਤਿਆਂ ਨੂੰ ਜੋ ਤੁਹਾਨੂੰ ਸੁਣ ਰਹੇ ਨੇ, ਸਾਨੂੰ ਦੇਖ ਰਹੇ ਨੇ ਜੀ। 4 ਮੰਤਰੀਆਂ ਤੇ 28 ਵਿਧਾਇਕਾਂ ਨੇ ਬਗਾਵਤ ਦਾ ਬਿਗਲ ਵਜਾਇਆ ਕੈਪਟਨ ਅਮਰਿੰਦਰ ਸਿੰਘ। ਇਹਦੇ ਬਾਰੇ ਕਰਾਂਗੇ ਗੱਲ, ਪਰੰਤੂ ਪਹਿਲਾਂ ਕਹਿੰਦੇ ਸੀ ਮਾਨਾ ਦਾ ਮਾਣ ਜੀ ਗੁਰਦਾਸ ਮਾਨ ਬੜਾ ਐਂਟੀਸੀ ਤੇ ਸਾਡੀ ਪੰਜਾਬੀ ਕੌਮ ਨੇ ਇਸ ਬੰਦੇ ਨੂੰ ਪਹੁੰਚਾ ਦਿੱਤਾ। ਪਰ ਮੈਂ ਲਫ਼ਜ਼ ਕਿਵੇਂ ਵਾਪਸ ਲਵਾਂ ਵੀ ਧੀ ਆਪਣੇ ਪਿਓ ਦੇ ਨਾਲ, ਮਾਂ ਆਪਣੇ ਪੁੱਤ ਦੇ ਨਾਲ, ਭੈਣ ਆਪਣੇ ਭਰਾ ਦੇ ਨਾਲ ਜਾ ਕੇ ਇੱਕ ਸ਼ੋਅ ਆਉਂਦਾ ਸੀ ਜਿਹੜਾ ਦੇਖਦੇ ਸੀ ਲੋਕ, ਇੰਤਜ਼ਾਰ ਕਰਦੇ ਸੀ। ਉੱਥੋਂ ਵਾਲੇ ਇਹਨੂੰ ਮਾਫ ਕਰ ਦੇਣਗੇ, ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੇ ਹੁਣ ਪ੍ਰਮੋਟਰ ਸੋਚ ਸਮਝ ਕੇ ਇਹਦੇ ਸ਼ੋਅ ਨੂੰ ਹੱਥ ਪਾਉਣਗੇ। ਜਿਸ ਤਰੀਕੇ ਦੇ ਨਾਲ ਇਹਨੂੰ ਐਨ ਸਿਖਰਲੀ ਪੌੜੀ ਤੇ ਮਾਨਾਂ ਦਾ ਮਾਣ, ਤੁਹਾਡੇ ਦਿਲਾਂ ਦੀ ਧੜਕਨ, ਲੈਜੈਂਡ, ਵਾਓ। ਸ਼ੱਕ ਪੈਂਦਾ ਹੈ ਕਿ ਇਹਦੀ ਗੀਤਾਂ ਦੀ ਕਲਮ ਵੀ ਆਪਣੀ ਹੈ ਜਾਂ ਕਿਸੇ ਕੋਲੋਂ ਲਿਖਵਾ ਕੇ ਤੇ ਵਿਚਾਰੇ ਨਾਲ ਗਰੀਬ ਮਾਰ ਕੀਤੀ ਹੈ। ਹੁਣ ਮੈਂ ਲਫ਼ਜ਼ ਇਹ ਕਿਹਾ ਸੀ ਭੱਲੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਨੇ, ਭੱਟਾ ਨੇ ਆਪਣੀ ਜਿਹੜੇ ਨੇ ਦੋਹਰੇ ਉਹਦੇ ਵਿੱਚ ਵੀ ਕਿਹਾ ਨਾ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ, ਹਨਾ। ਭੱਲੇ ਪਰਿਵਾਰ, ਹੁਣ ਭੱਲੇ ਪਰਿਵਾਰ, ਭੱਲੇ ਖਾਨਦਾਨ ਦੇ ਵਿੱਚੋਂ ਬਹੁਤ ਵੱਡੇ ਬੰਦੇ ਹੋਰ ਵੀ ਨੇ ਉਸ ਵਕਤ, ਭੱਲੇ ਬਹੁਤ ਸਾਰੇ ਸਨ। ਹਾਂਜੀ, ਤੇ ਇਹਨੇ ਜਾ ਕੇ ਤੁਲਨਾ ਉੱਥੇ ਕੀਤੀ। ਹੁਣ ਪਤਾ ਹੈ ਕਿ ਮੇਰੇ ਤੇ ਪਰਚਾ ਦਰਜ ਹੋਣਾ, ਕਿਉਂ ਨਹੀਂ ਇਹ ਤੇ ਦਰਜ ਹੋਇਆ ਮੁਕੱਦਮਾ, ਇਹ ਬੜੇ ਵੱਡੇ ਸਵਾਲ ਦੇ। ਮੁਕੱਦਮਾ ਕਾਨੂੰਨ ਦੇ ਮੁਤਾਬਕ ਇੱਕ ਮੰਗ ਹੈ। ਕੀ ਕਹਿਣਾ ਚਾਹੋਗੇ? ਪਹਿਲਾਂ ਇੱਥੋਂ ਸ਼ੁਰੂ ਕਰ ਲਈਏ। ਚਾਵਲਾ ਸਾਹਿਬ, ਇੱਕ ਨਾ RSS ਦਾ, BJP ਦੇ ਬੜੇ ਵੱਡੇ ਆਗੂ ਦਾ ਇੱਕ ਅਖਬਾਰ ਪੰਜਾਬ ਸ਼ੁਰੂ ਹੋਇਆ ਸੀ, ਪੰਜਾਬੀ ਦਾ। ਵੈਸੇ ਹਿੰਦੀ ਦਾ ਅਖਬਾਰ ਛਪਦਾ ਹੋ ਪਹਿਲਾਂ, ਨਾ ਵੀ ਲਵਾਂ ਇੱਥੇ ਨਾ, ਕਿਉਂਕਿ ਫਿਰ ਉਹ ਗੱਲ ਵੱਖਰੀ ਬਣ ਜਾਂਦੀ ਆ। ਉਸ ਅਖਬਾਰ ਦਾ ਬ੍ਰਾਂਡ ਅੰਬੈਸਡਰ ਬਣਾ ਸੀਗਾ ਗੁਰਦਾਸ ਮਾਨ। ਬ੍ਰਾਂਡ ਅੰਬੈਸਡਰ ਬਣਨਾ ਕੋਈ ਮਾੜੀ ਗੱਲ ਨਹੀਂ, ਪਰ ਉਸ ਟਾਈਮ ਚਰਚਾਵਾਂ ਇਹ ਹੋਈਆਂ ਸੀਗੀਆਂ ਕਿ ਗੁਰਦਾਸ ਮਾਨ ਦਾ ਇਹ ਕੀ ਸੰਬੰਧ ਹੋਇਆ ਤੇ RSS ਦੇ ਅਖਬਾਰ ਦਾ ਬ੍ਰਾਂਡ ਅੰਬੈਸਡਰ ਬਣਾਇਆ ਤਾਂ ਕੀ ਮਤਲਬ? ਨਹੀਂ ਚਲੋ ਕੋਈ ਗੱਲ ਨਹੀਂ, ਗੁਰਦਾਸ ਮਾਨ ਤਾਂ ਕਲਾਕਾਰ ਹੈ, ਵੱਡਾ ਪੰਜਾਬੀ ਆ, ਤੇ ਪੰਜਾਬੀ ਅਖਬਾਰ ਦਾ ਬ੍ਰਾਂਡ ਅੰਬੈਸਡਰ ਬਣ ਗਿਆ, ਕੀ ਪ੍ਰੋਬਲਮ ਆ ਇਹਦੇ ਵਿੱਚ? ਕੋਈ ਦਿੱਕਤ ਦੀ ਗੱਲ ਨਹੀਂ। ਇਹ ਚਰਚਾ ਕਰਕੇ ਠੱਪ ਹੋ ਗਈ ਸੀ, ਪਰ ਹੌਲੀ ਹੌਲੀ ਸੁਲਝਦੀ ਰਹੀ ਇਹ ਤਾਂ। ਤੇ ਫਿਰ ਉਸ ਨੇ ਉਹਦੀ ਮੀਟਿੰਗਾਂ ਹੋਈਆਂ, ਫਿਰ BJP ਦੇ ਆਗੂਆਂ ਨਾਲ ਫੋਟੋਆਂ ਆਈਆਂ ਬਾਹਰ ਗੁਰਦਾਸ ਮਾਨ ਦੀਆਂ, ਤੇ ਉਸ ਤੋਂ ਬਾਅਦ ਫਿਰ ਸਪਸ਼ਟ ਹੋ ਗਿਆ ਕਿ ਬੰਦਾ ਇਹ ਕਿਤੇ ਹੋਰ ਝੋਲੇ ਵਿੱਚ ਡਿੱਗ ਗਿਆ ਤੇ ਪੰਜਾਬੀਆਂ ਤੋਂ ਮਾਣ ਸਤਿਕਾਰ ਲੈ ਕੇ ਕਿਸੇ ਹੋਰ ਝੋਲੇ ਵਿੱਚ ਡਿੱਗ ਗਿਆ। ਹੁਣ ਜਿਹੜਾ ਉਹ ਝੋਲਾ ਹੈਗਾ, ਉਹਦੇ ਵਿੱਚੋਂ ਨਾ ਉਹ ਚਾਹੁੰਦੇ ਆ ਕਿ ਜਿਹੜੇ ਸੈਲੀਬ੍ਰਿਟੀ ਲੋਕ ਹੈਗੇ ਆ, ਉਹਨਾਂ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਜੋ ਘਾਰਨਾਵਾਂ, ਜੋ ਸਿਸਟਮ ਚੱਲ ਰਿਹਾ, ਉਸ ਨੂੰ ਕਿਵੇਂ ਬਿਆਨ ਕੀਤਾ ਜਾਵੇ। ਇਹੋ ਜਿਹੇ ਬਿਆਨ ਫਿਰ ਉਹ ਦਬਾਉਂਦੇ ਰਹਿੰਦੇ ਆ। ਜਿਵੇਂ ਪੰਜਾਬੀ ਦੇ ਖਿਲਾਫ ਪਹਿਲਾਂ ਬਿਆਨ ਦਵਾਇਆ ਤੋਂ, ਤੇ ਫਿਰ ਹੁਣ ਆਹ ਗੁਰੂ ਅਮਰਦਾਸ ਪਾਤਸ਼ਾਹ ਦੇ ਖਿਲਾਫ ਬਿਆਨ ਦਵਾਤਾ ਉਹਨਾਂ ਤੋਂ, ਤੇ ਹੁਣ ਮਾਫੀ ਮੰਗ ਲਈ ਆ। ਕਹਿੰਦਾ ਜੀ ਪਤਾ ਹੈ ਕਿਹਾ ਨਹੀਂ ਸੀ, ਮੈਂ ਕਿਹਾ ਸੀ ਬਹੁਤ ਭਲੇ ਪੁਰਖ ਸੀਗੇ ਗੁਰੂ ਅਮਰਦਾਸ ਜੀ, ਤੇ ਉਸ ਤਰ੍ਹਾਂ ਦੇ ਭਲੇ ਪੁਰਖ। ਤੇਰੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਗੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਭਲੇ ਪੁਰਸ਼ ਸਨ। ਤੇਰੇ ਕੋਲ ਤੂੰ ਕੌਣ ਹੋਣਾ ਸਰਟੀਫਿਕੇਟ ਦੇਣ ਵਾਲਾ? ਤੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਵੀ ਜਿੱਥੇ ਤੂੰ ਜਾਣਾ ਉਹ ਚਿਲਵਣੀ ਬੁਝਣ ਦਿੰਦਾ। ਕੀ ਉਹ ਸੇਧ ਦੇਣੀ ਉਹਨੇ? ਚਿਲਵਣੀ ਬੁਝਣ ਦਿੰਦਾ, ਸਿਗੜ ਤੇ ਸਿਗੜ ਫੂਕਦਾ, ਗਾਲਾਂ ਦੇ ਲੱਪ ਲੱਪ ਕੱਢਦਾ। ਕੀ ਸੇਧ ਦੇਣੀ ਜਿੱਥੇ ਤੂੰ ਜਾਣਾ? ਮੈਂ ਇਹਦੀ ਇੰਟਰਵਿਊ ਕੀਤੀ ਸੀ ਗੁਰਦਾਸ ਮਾਨ ਦੀ। ਇੰਟਰਵਿਊ ਕਰਨ ਮੌਕੇ ਨਾ ਮੇਰੇ ਇਹ 45 ਮਿੰਟ ਮੇਰੇ ਕੋਲ ਰਹੇ ਸੀਗੇ। 45 ਮਿੰਟ ਵਿੱਚ ਇਹਨੇ ਇੱਕ ਸਿੱਖ ਨਹੀਂ ਬੁਝ ਲਿੱਤੀ ਗੁਰਦਾਸ ਮਾਨ ਨੇ। ਬੁਝ ਗਏ ਸਿੱਖ ਨੀਤੀ में ਗੱਲਬਾਤ ਨਾਲ ਕਰੀਂਗੇ, ਨਾਲ ਸਿੱਖ ਪੀਂਗੇ, ਮਿੰਟ ਲਾ ਲਿਆ ਕਰ ਸਿੱਖ। ਇਹ ਵੀ ਸੋਚਿਆ ਕਿ ਨਾਲ ਇੱਕ ਸਿੱਖ ਪੱਤਰਕਾਰ ਬੈਠਾ ਜਿਹਦਾ ਕਿ ਮੇਰੀ ਇੰਟਰਵਿਊ ਕਰ ਰਿਹਾ, ਉਹਦੇ ਮਨ 'ਚ ਕੋਈ ਗੱਲ ਨਹੀਂ ਐਸੀ ਹੈਗੀ।
ਤੇ ਉਹ ਜਿਹੜਾ ਆਪ ਸਿੱਖ ਨੂੰ ਵਿਜਨ ਦੇ ਰਿਹਾ, ਆਪਣੇ ਮੂੰਹ ਚੋਂ ਨਿਕਲ ਦੇ ਰਿਹਾ, ਉਹਦਾ ਬਾਬਾ ਚਿਲਮ ਪੀਂਦਾ, ਹਰ ਵੇਲੇ ਸੁਲਫਾ ਪੀਂਦਾ, ਤੇ ਉਹਨਾਂ ਦੀ ਜੇ ਤੁਲਨਾ ਗੁਰੂ ਸਾਹਿਬ ਨਾਲ ਤੁਸੀਂ ਕਰ ਰਹੇ ਹੋ ਤਾਂ ਫਿਰ ਤੁਸੀਂ ਪੰਜਾਬੀਆਂ ਨੂੰ ਆਪਣਾ ਕਿਵੇਂ ਸਮਝ ਸਕਦੇ ਹੋ? ਬਿਲਕੁਲ ਬਿਲਕੁਲ ਬਿਲਕੁਲ। ਚਲੋ ਐਨੀਵੇ, ਵਿਵਾਦਾਂ ਦਾ ਟੋਕਰਾ ਕਿਹਾ ਜਾ ਸਕਦਾ ਗੁਰਦਾਸ ਮਾਨ ਇਸ ਵਕਤ, ਕਿਉਂਕਿ ਸਿੱਧਾ ਹੀ ਉਸਨੇ ਗੁਰੂ ਸਾਹਿਬਾਨਾਂ ਦੇ ਨਾਲ ਜਿਹੜੀ ਹੈ ਇਹ ਸਿੱਖ ਕੌਮ ਦੀ ਇੱਕ ਕਿਸਮ ਦੀ ਸਮਝੇ ਕਿ ਤੋਹੀਨ ਕੀਤੀ ਹੈ। ਔਰ ਉਹ ਕੀ ਕਹਿੰਦੇ ਹੁੰਦੇ ਕਹਾਵਤ ਕਿ ਮੱਤ ਮਾਰ ਦਿੰਦੀ ਹੈ, ਹੁਣ ਮੱਤ ਮਰੀ ਹੈ। ਚਿਲਮਾ ਪੀ ਪੀ ਕੇ, ਸਿਗਟਾਂ ਪੀ ਪੀ ਕੇ, ਜਿਹੜੇ ਸਿਗਟਾਂ ਚਿਲਮਾ ਪੀਣ ਵਾਲੇ ਦੇ ਉਪਾਸ਼ਕ ਹੋਣਗੇ, ਕਹਿੰਦੇ ਨੇ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਹਨਾ। ਤੇ ਉਹ ਫਿਰ ਹਰਕਤਾਂ ਆਪ ਵੀ, ਹੁਣ ਇਹਨੂੰ ਕਈ ਲੋਕ ਸੋਸ਼ਲ ਨੈਟਵਰਕ ਮੀਡੀਆ ਤੇ ਵੇਖੋ ਕਿਹੋ ਜਿਹੇ ਸਲੋਗਨ ਦੇ ਰਹੇ ਨੇ। ਇਹਨਾਂ ਪਤਾ ਹੈ ਕਿ ਇਹਨਾਂ ਦੇ ਚਾਹਣ ਵਾਲਿਆਂ ਦੇ ਦਿਲ ਦੁਖਦੇ ਹੋਣਗੇ, ਜਾਂ ਜਿਹੜੇ ਉਸ ਮੁਰਾਦ ਸ਼ਾਹ ਦੇ ਡੇਰੇ ਤੇ ਜਾਂਦੇ ਹੋਣਗੇ। ਉਹ ਵੇਖੋ, ਮੁਰਾਦ ਸ਼ਾਹ ਨੇ ਤਾਂ ਨਹੀਂ ਕਿਹਾ ਇਹਨੂੰ ਕਹਿਣ ਵਾਸਤੇ ਨਾ, ਇਹ ਤਾਂ ਸਿਰਫ ਆਪਣੀ ਉੱਥੋਂ ਦੀ, ਇਹ ਵੀ ਲੋਕ ਕਹਿ ਰਹੇ ਨੇ ਕਿ ਗੱਦੀ ਹਥਿਆਉਣ ਵਾਸਤੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਟਪੂਸੀਆਂ ਮਾਰਨ ਲੱਗ ਪਿਆ। ਮਾਫ ਕਰਨਾ, ਇਹਦੇ ਚਾਹਣ ਵਾਲਿਆਂ ਨੂੰ ਵੀ ਦੁੱਖ ਲੱਗਦਾ ਹੋਊਗਾ ਗੱਲ ਸੁਣ ਕੇ, ਪਰ ਜੱਬੇ ਬਾਣ ਲੱਗ ਗਿਓ ਤਾਂ ਬੇਰੋਸ ਜਾ ਗਿਓ। ਇਹ ਠੀਕ ਹੈ ਕਿ ਮੋਨੇ ਕੋਨੇ ਬੈਠੇ ਸਟੇਜ ਦੇ ਉੱਤੇ ਆ, ਬਟ ਇਹਦੀਆਂ ਇਹ ਗੱਲਾਂ ਜਿਹੜੀਆਂ ਨੇ, ਪਹਿਲਾਂ ਵੀ ਇਹ ਬਹੁਤ ਜ਼ਿਆਦੀਆਂ ਹਰਕਤਾਂ ਇਹੋ ਜਿਹੀਆਂ ਕਰਦਾ ਰਿਹਾ ਕਿ ਇੱਕ ਅੱਧਾ ਗਾਣਾ ਕੱਢ ਦਿੱਤਾ ਕਿ ਚੱਲ ਮੇਰੇ ਭਾਈ ਗੁਰੂਆਂ ਨੂੰ ਸਮਰਪਿਤ ਹੋ ਗਏ, ਪਰ ਅੰਦਰੋਂ ਤੁਸੀਂ ਸਮਰਪਿਤ ਹੋ, ਮਾਫੀ ਮੰਗ ਲਈ ਹੈ, ਕੌਮ ਮਾਫ ਦਿੰਦੀ ਹੈ ਜਾਂ ਨਹੀਂ, ਪਰ ਇੱਕ ਵਾਰੀ ਫਿਰ ਤੋਂ ਇਹਨੇ ਉਹ ਕਰਤੂਤ ਕੀਤੀ ਹੈ ਜਿਹੜੀ ਮੇਰੇ ਖਿਆਲ ਦੇ ਵਿੱਚ ਰਹਿੰਦੀ ਦੁਨੀਆ ਤੱਕ ਯਾਦ ਰੱਖੋ। ਇੰਨਾ ਧਨ ਦੌਲਤ ਸ਼ੁਮਾਰ ਹੋਣ ਦੇ ਬਾਵਜੂਦ ਵੀ ਕਾਹਦੇ ਲਈ ਬਈ? ਚੰਦ ਛੇਲੜਾਂ ਦੀ ਖਾਤਰ। ਤੇ ਇਹਨਾਂ ਦੇ ਉੱਤੋਂ ਦੀ ਉਹ ਸੁੱਟ ਕੇ ਨਾ ਜਿਹੜੇ ਦਹਾਂ ਦੇ ਸੰਗਤਾਂ ਦੀ ਜਿਹੜੀ ਧਨ ਦੌਲਤ ਜਿਹੜੀ ਹੈ, ਉਹ ਫਿਰ ਇਹਦੇ ਕੋਲ ਹੀ ਉਸੇ ਹੀ ਉਹ ਸਾਧ ਦੇ ਫੇਰ ਜਿਹੜਾ ਕਹਿ ਲਓ ਕਿ ਜਿਹੜਾ ਡੇਰੇ ਵਾਲਾ ਉਹਦੇ ਕੋਲ ਕੋਈ ਜਮਾ ਹੋ ਜਾਂਦੀ ਹੈ ਉੱਥੇ। ਤੇ ਕਿੰਨੀ ਕੁ ਹੋਊਗੀ ਉਹ? 10 ਨਹੀਂ ਤਾਂ 20-50 ਹਜ਼ਾਰ ਹੋਊਗੀ। ਮਾਨ ਸਾਹਿਬ, ਤੁਹਾਡੀ $500 ਦੀ ਟਿਕਟ ਲੈ ਕੇ ਲੋਕ ਬਹਿੰਦੇ ਰਹੇ ਨੇ, ਤੇ 500 ਨੂੰ ਮਲਟੀਪਲਾਈ ਕਰ ਲਓ ਤੇ ਉਹਦੀਆਂ 3 ਬੋਰੀਆਂ ਭਰ ਜਣੀਆਂ, ਖੋਲ ਕੇ ਨੋਟਾਂ 'ਚ ਪਾਈਆਂ, ਨੋਟ ਖੋਲ ਕੇ ਪਾਏ ਹੋਣਾ ਦਹਾਂ ਦੇ। ਬਿਲਕੁਲ 5 ਬੋਰੀਆਂ ਭਰ ਜਾਣੀਆਂ, ਨਹੀਂ ਤੇ ਕਹੋ ਭਰ ਕੇ ਦਿਖਾ ਦਿੰਨੇ, ਆ ਜਾਓ ਕਿਤੇ। ਤਾਂ ਸੁੱਟਾਂਗੇ ਤੁਹਾਡੇ ਤੇ ਨਹੀਂ, ਸੁੱਟਾਂਗੇ ਕਿਸੇ ਉਸ ਤੁਹਾਡੇ ਮਜੀਸ਼ੀਅਨ ਤੇ ਜਿਹਦੇ ਕਰਕੇ ਤੁਸੀਂ ਇੱਥੋਂ ਤੱਕ ਪਹੁੰਚੇ ਹੋਗੇ। ਪਤਾ ਨਹੀਂ ਯਾਰ, ਮਤਲਬ ਹੱਦ ਹੁੰਦੀ ਆ। ਤੁਸੀਂ ਹਿਰਦੇ ਬਲੁੰਦਰ ਰਹੇ ਹੋ ਲੋਕਾਂ ਦੇ। ਕਦੇ ਗਿਆ, ਕਦੇ ਇਹਨੂੰ ਪੁੱਛੋ, ਕਦੇ ਗੋਇੰਦਵਾਲ ਸਾਹਿਬ ਜਾ ਕੇ ਮੱਥਾ ਟੇਕਿਆ? ਕਦੇ ਗੋਇੰਦਵਾਲ ਸਾਹਿਬ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ, ਕਿਤੇ ਉਸ ਦਰਬਾਰ ਤੇ ਮੱਥਾ ਟੇਕਿਆ? ਸਾਰੀ ਉਮਰ ਚਿਲਮਾ ਤੇ ਸੂਟੇ ਪੀਣ ਵਾਲਿਆਂ ਦੇ ਨੱਕ ਰਗੜਨ ਵਾਲੇ ਨੂੰ ਇਹਨਾਂ ਨਹੀਂ ਪਤਾ ਕਿ ਕਿੱਥੇ ਜਾ ਕੇ ਤੇ ਵੇਖ, ਉੱਥੇ ਅਕਬਰ ਆਇਆ ਸੀ। ਅਕਬਰ ਉਹਨੂੰ ਦਰਸ਼ਨ ਨਹੀਂ ਦਿੱਤੇ ਸੀ, ਉਹਨੂੰ ਪਹਿਲਾਂ ਪੰਗਤ 'ਚ ਬਹਿਣਾ ਪਿਆ ਸੀਗਾ। ਚੱਲ ਜਾ ਕੇ ਪੰਗਤ 'ਚ ਪ੍ਰਸ਼ਾਦਾ ਛਕ, ਤੂੰ ਰਾਜਾ ਹੋਏਗਾ, ਆਪਣੇ ਘਰ ਹੋਏਗਾ, ਫਿਰ ਸਾਨੂੰ ਸਾਡੇ ਦਰਸ਼ਨ ਹੋਣੇ। ਤੇ ਉਹਦੀ ਐਸ ਗਾਲਾਂ ਕੱਢਣ ਵਾਲੇ, ਹੁਣ ਕੀ ਕਹੀਏ ਅਸੀਂ ਸਾਡੀ ਜ਼ਬਾਨ ਨਾਲ ਜਿਹੜੀ ਹੈ ਉਹ ਫਿਰੇ, ਉਹਦੇ ਨਾਲ ਤੁਲਨਾ ਕਰ ਰਿਹਾ ਗੁਰੂ ਅਮਰਦਾਸ ਮਹਾਰਾਜ ਦੀ। ਚਲੋ ਮਾਫੀ ਮੰਗੀ ਹੈ ਜੀ, ਮੇਰਾ ਤੇ ਸੰਤਾਂ ਦੀ ਨਿੰਦਾ ਵੇਖੋ। ਆਹੋ, ਸੰਤ ਕੀ ਨਿੰਦਾ, ਕਿਆ ਬਾਤ ਹੈ। ਸੁਖਮਨੀ ਸਾਹਿਬ ਪੜ੍ਹ ਕੇ ਸੁਣਾ ਰਿਹਾ। ਆਪਣੇ ਆਪ ਨੂੰ ਬੜਾ ਗਿਆਨੀ ਹੋਣ, ਗਿਆਨਤਾ ਤੇਰੀ ਦਿਖ ਪਈ ਪਾ। ਚਲੋ ਅਸੀਂ ਤੁਹਾਡੇ ਨਾਲ ਪਿਆਰ ਕੀਤਾ ਸੀ ਤਾਂ ਤੁਹਾਡੇ ਤੇ ਸ਼ਿਕਵਾ, ਹੋਰ ਕੋਈ ਗੱਲ ਨਹੀਂ। ਤੁਹਾਨੂੰ ਮਾਨਾਂ ਦੇ ਮਾਣ, ਲੈਜੈਂਡ ਗੁਰਦਾਸ ਮਾਨ, ਤੁਹਾਡੇ ਦਿਲਾਂ ਦੀ ਧੜਕਣ ਕਿਵੇਂ ਵਾਪਸ ਲਈਏ? ਆਹ ਨਿਕਲਣਾ ਸੀ ਖਿੱਦੋ ਵਿੱਚੋਂ। ਸ਼ੱਕ ਹੁੰਦਾ ਤੁਹਾਡੀ ਕਲਮ ਵੀ ਨਹੀਂ ਆ, ਤੁਸੀਂ ਕਿਸੇ ਨਾਲ ਗਰੀਬ ਮਾਰ ਕਰਕੇ ਗੀਤ ਜਿਹੜੇ ਨੇ ਉਹ ਖੋਏ ਲੱਗਦੇ ਨੇ। ਕਿਸੇ ਨੇ ਲਿਖ ਕੇ ਦੇ ਦਿੱਤਾ ਵੀ ਗੁਰਦਾਸ ਮਾਨ ਜੀ ਆ, ਜਿਵੇਂ ਮੱਖਣ ਬਰਾੜ ਦਾ ਨਾਂ ਕੱਢ ਦਿੱਤਾ ਸੀ, ਬੜਾ ਚਰਚਾ 'ਚ ਰਿਹਾ। ਚਲੋ ਮਾਨ ਸਾਹਿਬ ਦਾ ਵੀ, ਉਹ ਮੱਖਣ ਬਰਾੜ ਹੋਣ ਦਾ ਵੀ ਸਾਹਿਬ ਨਾ, ਮੱਖਣ ਬਰਾੜ ਨੂੰ ਕਹਿ ਰਿਹਾ ਮੈਂ, ਇਹ ਤਾਂ ਸਾਹਿਬ ਕਹਾਉਣ ਦੇ ਲਾਇਕ ਵੀ ਨਹੀਂ ਰਹਿ ਗਿਆ ਹੁਣ, ਜਿਸ ਤਰੀਕੇ ਨਾਲ ਇਹਨੇ ਤੋਹੀਨ ਕੀਤੀ ਹੈ ਗੁਰੂ ਸਾਹਿਬਾਨਾਂ ਦੀ। ਖੈਰ, ਆਪਾਂ ਗੱਲ ਕਰ ਰਹੇ ਸੀਗੇ ਮੰਤਰੀਆਂ ਤੇ ਵਿਧਾਇਕਾਂ ਦੀ ਬਗਾਵਤ। ਗੁਰਦਾਸ ਮਾਨ ਦੇ ਚਾਹਣ ਵਾਲਿਆਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਹੋਣ, ਤੁਲਨਾ ਕਰਕੇ ਵੇਖਿਓ ਕਿ ਇੱਕ ਸਿਗਟਾਂ ਪੀਣ ਵਾਲੇ ਦੇ, ਚਿਲਮਾ ਪੀਣ ਵਾਲੇ ਤੇ ਲੱਪ ਗਾਲਾਂ ਕੱਢਣ ਵਾਲੇ ਦੀ ਸਾਡੀ ਸੱਚੀ ਸਰਕਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹਨੇ ਉਹਦੇ ਨਾਲ ਤੁਲਨਾ ਕੀਤੀ ਹੈ। ਭੱਲੇ ਪਰਿਵਾਰ ਦੇ ਵਿੱਚ ਜਨਮ ਲੈਣ ਵਾਲੇ ਬਥੇਰੇ ਹੁਣ ਮਾਨ ਬੜੇ ਨੇ, ਇੱਕ ਖਾਲਿਸਤਾਨੀ ਮਾਨ ਵੀ ਸਾਡੇ ਹੈਗੇ ਨੇ। ਹਾਂਜੀ, ਮਾਨ ਤਾਂ ਖਾਲਿਸਤਾਨੀ ਵੀ ਹੈਗੇ ਨੇ। ਤੇ ਇੱਕ ਬਰਾੜ ਅੰਦਰ ਸੀਗਾ ਤੇ ਇੱਕ ਬਰਾੜ ਬਾਹਰ ਸੀ ਜਿਹੜਾ ਅਟੈਕ ਕਰਨ ਆਇਆ ਸੀਗਾ। ਹੁਣ ਬਰਾੜ ਤਾਂ ਬਰਾੜ ਨਾਲ ਤੁਲਨਾ ਨਹੀਂ ਨਾ ਹੋ ਸਕਦੀ। ਕਈ ਭੱਲੇ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਜਾ ਕੇ ਵੇਖ ਲਓ, ਭੱਲੇ ਗੋਇੰਦਵਾਲ ਸਾਹਿਬ ਦੇ ਵਿੱਚ ਬਹੁਤ ਨੇ।
ਜਾ ਕੇ ਵੇਖੋ ਕਿਤੇ, ਦਰਸ਼ਨ ਕਰਕੇ ਆਓ ਸਾਡੀ ਸੱਚੀ ਸਰਕਾਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਤੇ ਜਾ ਕੇ ਆਓ। ਜੇ ਮਾਫੀ ਮੰਗਣੀ ਨਤਮਸਤਕ ਉੱਥੇ ਹੋ ਕੇ ਆਓ, ਜਾ ਕੇ ਆਪਣਾ ਲਾਮ ਲਸ਼ਕਰ ਛੱਡ ਕੇ ਜਾਓ ਉੱਥੇ ਇਕੱਲੇ ਕਿਤੇ ਤੁਰ ਕੇ ਵੇਖੋ, ਫਿਰ ਪਤਾ ਲੱਗੂਗਾ। ਉਹ ਆ ਸੱਚੀ ਸਰਕਾਰ। ਇਹ ਚਿਲਮਾਂ ਵਾਲੀਆਂ ਸਰਕਾਰਾਂ ਸੱਚੀਆਂ ਸਰਕਾਰਾਂ ਨਹੀਂ ਹੁੰਦੀਆਂ। ਇਹ ਤੁਹਾਨੂੰ ਰਾਸ ਆ, ਤੁਹਾਨੂੰ ਮੁਬਾਰਕ। ਹਾਂਜੀ, ਕੀ ਕਹਿਣਾ ਚਾਹੋਗੇ? ਅਮਰਿੰਦਰ ਦੇ ਲਈ ਸੰਕਟ ਦੀ ਘੜੀ ਹੈ ਚਾਵਲਾ ਸਾਹਿਬ। ਇਹ ਅਮਰਿੰਦਰ ਲਈ ਵਾਕਈ ਸੰਕਟ ਦੀ ਘੜੀ ਹੈਗੀ ਆ। ਤੇ ਉਹ ਜਦੋਂ ਨਾ ਇਹ ਮੈਨੂੰ ਲੱਗਿਆ ਸੀ ਜਦੋਂ ਮਾਲਵਿੰਦਰ ਮਾਲੀ ਨਾਲ ਵੀ ਮੀਟਿੰਗ ਹੋਈ ਆ, ਤੇ ਜਿਹੜਾ ਉਹ ਮੀਟਿੰਗ ਤੋਂ ਬਾਅਦ ਮਾਲਵਿੰਦਰ ਮਾਲੀ ਨੇ ਫੇਰ ਟਵੀਟ ਕਰਤਾ ਸੀਗਾ, ਫੇਰ ਕਹਿਤਾ ਵੀ ਰੂਸਾ ਆਲਮ ਜਿਹੜੀ ਤੁਹਾਡੇ ਸਲਾਹਕਾਰ ਦਿਨਕਰ ਗੁਪਤਾ DGP ਨਾਲ ਤੇ ਉਹਦੇ ਇੱਕ ਚੀਫ ਸੈਕਟਰੀ ਨਾਲ ਉਹਦੀ ਬੈਠੀ ਆ, ਤੇ ਉਹ ਆਸ਼ੀਰਵਾਦ ਲੈ ਰਹੇ ਆ ਰੂਸਾ ਆਲਮ ਨਾਲ। ਇਹਦਾ ਕੀ ਫੋਟੋ ਹੈ ਤੁਹਾਡੀ? ਕੌਣ ਹੈ ਤੁਹਾਡੀ? ਫਿਰ ਉਹ ਤੁਹਾਡੇ ਗੱਡੀ ਦੇ ਵਿੱਚ ਬੈਠੀ ਆ, ਫਿਰ ਉਹ ਸਿਸਟਮ ਫਾਰਮ 'ਚ ਰਹਿੰਦੀ ਆ, ਫਿਰ ਉਹ ਤੁਸੀਂ ਇਹ ਕੌਣ ਨੇ ਕੈਪਟਨ ਸਾਹਿਬ? ਕੀ ਕਾਰਨ ਹੈ ਇਹਦੇ? ਪਾਕਿਸਤਾਨ ਦੀ ਔਰਤਾਂ ਇਹ ਤੁਹਾਡੇ ਨਾਲ ਕਿਵੇਂ ਰਹਿੰਦੀ ਹੈ? ਇਹ ਸਾਰੇ ਸਵਾਲ ਕੀਤੇ। ਕਹਿੰਦਾ ਮੈਂ ਤੁਹਾਡੇ ਤੇ ਨਿੱਜੀ ਅਟੈਕ ਨਹੀਂ ਕਰਨਾ ਸੀ, ਪਰ ਤੁਸੀਂ ਸਾਨੂੰ ਕਿਹਾ, ਮੈਨੂੰ ਕਿਹਾ ਤੁਸੀਂ ਖਾਸ ਕਰਕੇ ਵੀ ਇਹ ਦੇਸ਼ ਦੇ ਨਾਲ ਬਗਾਵਤ ਹੈ। ਜਿਹੜੇ ਮੇਰੇ ਟਵੀਟ ਸੀਗੇ, ਤੁਸੀਂ ਸਾਨੂੰ ਕਿਹਾ ਵੀ ਦੇਸ਼ ਨਾਲ ਬਗਾਵਤ ਹੈ, ਅਸੀਂ ਨਿੱਜੀ ਤੌਰ ਤੇ ਦੇਸ਼ ਦੇ ਖਿਲਾਫ ਬੋਲ ਰਹੇ ਹਾਂ। ਤੁਸੀਂ ਜਦੋਂ ਨਿੱਜੀ ਤੌਰ ਤੇ ਰੂਸਾ ਨਾਲ ਨਹੀਂ ਬੈਠੇ ਹੋ, ਕੀ ਹੈ? ਬਿਲਕੁਲ ਤਾਂ ਕਹਿਣਾ ਪਿਆ। ਦੇਖੋ ਗੱਲ ਇਹ ਹੈ ਕਿ ਹੁਣ ਗੱਲ ਇੱਥੇ ਇਹ ਬਣਦੀ ਹੈ ਕਿ ਚਲੋ ਕਿਸੇ ਨੇ ਇਹ ਤਾਂ ਕਿਹਾ ਨਾ, ਪੁੱਛਿਆ ਨਾ ਸਵਾਲ, ਹਾਂਜੀ ਵੀ ਕੈਪਟਨ ਜੀ ਅਰੂਸਾ ਆਲਮ ਨਾਲ ਤੁਹਾਡਾ ਰਿਸ਼ਤਾ ਕੀ ਹੈ? ਨਹੀਂ ਤੇ ਨੇਤਾ ਬੋਲਦੇ ਹੀ ਨਹੀਂ ਕਿ ਜਿਹੜਾ ਹੈ ਉਹ ਕੌਣ ਹੈ ਇਹ ਅਰੂਸਾ ਆਲਮ। ਕਿਸੇ ਨੇ ਤਾਂ ਜੁਰਤ ਕੀਤੀ, ਕਿਸੇ ਨੇ ਤਾਂ ਹਿੰਮਤ ਕੀਤੀ। ਮੇਰੇ ਨਾਲ ਪਹਿਲਾਂ ਆਪਣੇ ਗੱਲਬਾਤ ਦੇ ਦਰਮਿਆਨ ਸਾਡੇ ਨਾਲ ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ, ਆ ਜਿਹੜਾ ਗੁਰਦਾਸ ਮਾਨ ਨੇ ਇਹਨੇ ਕੋਈ ਗਲਤੀ ਨਹੀਂ ਕਰੀ, ਇਹ ਬਹੁਤ ਵੱਡੀ ਭੁੱਲ ਹੈ। ਗੁਰੂ ਸਾਹਿਬ ਦਾ ਇਹਨੇ ਨਾਂ ਕਿਵੇਂ ਲੈ ਲਿਆ? ਉਹ ਉੱਥੇ ਦੇ ਜਿਹੜੇ ਮਰਾਦ ਸ਼ਾਹ ਕੌਣ ਨੇ ਉਹ ਇਹਨੂੰ ਸ਼ਰਮ ਨਾ ਹੀ ਹੈਗੀ ਇਸ ਗੱਲ ਦੀ? ਗੁਰੂ ਸਾਹਿਬ ਦੀ ਤੁਲਨਾ ਇਹ ਕਿਵੇਂ ਕਰ ਸਕਦਾ? ਇਹ ਬਹੁਤ ਵੱਡਾ ਜਾਣਬੁੱਝ ਕੇ ਕਰ ਰਿਹਾ ਹੈ। ਇਹ ਗੁਰੂ ਸਾਹਿਬ ਦਾ ਇਹਨੂੰ ਗੁਰੂ ਸਾਹਿਬ ਦੀ ਤੌਫੀਕ ਔਰ ਉਹਨਾਂ ਦੀ ਪਤਾ ਨਹੀਂ ਵੀ ਉਹ ਕੌਣ ਸੀਗੇ। ਮੈਂ ਤੇ ਸਵਾਲ ਕੀਤਾ ਕਿ ਕਦੇ ਗੋਇੰਦਵਾਲ ਸਾਹਿਬ ਜਾ ਕੇ ਦਰਸ਼ਨ ਕੀਤੇ? ਇਹਨੂੰ ਪੁੱਛੋ, ਸਾਰੀ ਉਮਰ ਚਿਲਮਾ ਪੀਣ ਵਾਲਿਆਂ ਦੇ ਨੱਕ ਰਗੜ ਛੱਡੇ ਆ। ਇਹ ਬਹੁਤ ਮਾੜੀ ਗੱਲ ਹੋਈ ਆ, ਬੇਹੱਦ ਬਖਸ਼ਣਯੋਗ ਗੱਲ ਨਹੀਂ ਇਹਨੇ ਕਰੀ। ਮਿਹਰਬਾਨੀ, ਥੈਂਕ ਯੂ ਜੀ। ਇਹ ਕਹਿੰਦਾ ਮੈਂ ਗੁਰਾਂ ਦਾ ਦਾਸ ਆ। ਮੈਨੂੰ ਲੱਗਦਾ ਕਿ ਗੁਰੂ ਹੈ ਹੀ ਨਹੀਂ ਕੋਈ ਤੇਰੇ ਕੋਲ ਭਾਈ। ਜੇ ਗੁਰੂ ਹੁੰਦਾ ਤੇ ਤੈਨੂੰ ਸਿੱਧ ਦਿੰਦਾ, ਤੈਨੂੰ ਮੱਤ ਦਿੰਦਾ ਕਿ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਕਿਸੇ ਮਜ਼ਹਬ, ਕਿਸੇ ਧਰਮ ਬਾਰੇ, ਖਾਸ ਤੌਰ ਤੇ ਜਿਸ ਮਜ਼ਹਬ ਧਰਮ ਦੇ ਵਿੱਚ ਤੈਂ ਪੈਦਾ ਹੋਇਆ, ਮਾਨ ਲਾਉਣਾ ਤਾਂ ਮਾਨ ਮੇਰੇ ਖਿਆਲ ਜੱਟ ਜ਼ਿਮੀਂਦਾਰ ਭਾਈਚਾਰਾ, ਸਿੱਖ ਭਾਈਚਾਰਾ ਲਾਉਂਦਾ। ਜਿਸ ਮਾਂ ਬੋਲੀ ਨੇ ਤੈਨੂੰ ਸਿਖਰਾਂ ਤੇ ਪਹੁੰਚਾਇਆ, ਲੈਜੈਂਡ ਬਣਾਇਆ, ਤੂੰ ਉਹਦਾ ਨਹੀਂ ਬਣਿਆ ਤੇ ਕੌਮ ਦਾ ਕੀ ਬਣਨਾ? ਕੌਮ ਦੇ ਤਾਂ ਪਹਿਲਾਂ ਵੀ ਬੜੇ ਗਦਾਰ ਨੇ। ਇੱਕ ਹੋਰ ਸਹੀ, ਇਟਸ ਅ ਵੇਸਟ ਆਫ ਟਾਈਮ ਨਾਓ। ਆਪਾਂ ਉਹ ਗੱਲ ਕਰ ਰਹੇ ਸੀ ਅਮਰਿੰਦਰ ਨਾਲ ਕੀਤੀ, 4 ਮੰਤਰੀਆਂ ਨੇ 28 ਵਿਧਾਇਕਾਂ ਨੇ ਬਗਾਵਤ ਵਾਲੀ ਗੱਲ। ਉਹ ਨਾ ਫਿਰ ਇਹਨਾਂ ਨੇ ਤ੍ਰਿਪਤਰਿੰਦਰ ਸਿੰਘ ਬਾਜਵਾ ਦੇ ਨਾਲ ਦੇ ਘਰੇ ਇਕੱਠੇ ਹੋਏ ਨੇ, 23 ਵੈਸੇ ਵਿਧਾਇਕ ਨੇ ਇਕੱਠੇ ਹੋਏ ਤੇ ਫਿਰ 28 ਦੇ ਨਾਲ ਜੁੜ ਗਿਆ ਉਹਨਾਂ ਦੀ ਤਾਰਾਂ। 28 ਵਿਧਾਇਕਾਂ ਨੇ ਤੇ 4 ਮੰਤਰੀਆਂ ਨੇ ਬਗਾਵਤ ਕੀਤੀ ਆ ਅਮਰਿੰਦਰ ਦੇ ਨਾਲ, ਤੇ ਉਹਨਾਂ ਨੇ ਹਰੀਸ਼ ਰਾਵਤ ਤੋਂ ਟਾਈਮ ਮੰਗਿਆ। ਪ੍ਰਗਟ ਸਿੰਘ ਨੇ ਕਿਹਾ ਕਿ ਜਿਹੜੇ ਅਮਰਿੰਦਰ ਦੀ ਜਿਹੜੀ ਕਾਰਜਕਾਰੀ ਹੈਗਾ ਉਹ ਤੋਂ ਸਾਡੇ ਵਿਧਾਇਕ ਨਾ ਖੁਸ਼ ਹੈਗੇ ਆ। ਤੇ ਉਹ ਇਸ ਤਰ੍ਹਾਂ ਜਿਹੜੇ ਕਿ ਸੁਖ ਸਰਕਾਰੀਆ ਵਰਗੇ ਬੰਦੇ ਹੈਗੇ, ਉਹ ਕਹਿੰਦੇ ਆ ਜਦੋਂ ਸਾਡੇ ਨਾਲ ਮੀਟਿੰਗ, ਇਹ ਉੱਥੇ ਜਾ ਕੇ ਅੰਮ੍ਰਿਤਸਰ ਤੋਂ 1000 ਬੰਦਿਆਂ ਨਾਲ ਮੀਟਿੰਗ ਕਰ ਸਕਦੇ ਆ ਡਾਇਰੈਕਟ ਫਿਜ਼ੀਕਲੀ ਤੌਰ ਤੇ। ਜੇਕਰ ਇਹ ਮੰਤਰੀਆਂ ਮੀਟਿੰਗ ਕਰਦੇ ਆ ਤਾਂ ਫਿਰ ਵਰਚੁਅਲੀ ਕਰਦੇ ਆ। ਉਹ ਸਾਨੂੰ ਮੰਤਰੀਆਂ ਨੂੰ ਕਿਉਂ ਬੁਲਾਉਂਦੇ? ਕਿਉਂਕਿ ਮੰਤਰੀ ਸਵਾਲ ਕਰਦੇ ਆ। ਕਹਿੰਦੇ ਹੁਣ ਪੂਰੀ ਤਰ੍ਹਾਂ ਪਤਾ ਲੱਗ ਗਿਆ ਵੀ ਇਹਨਾਂ ਨੇ ਜਿਹੜੇ 18 ਮੁੱਦੇ ਹੈਗੇ ਆ ਕੇਂਦਰ ਸਰਕਾਰ ਦੇ, ਕਿਸੇ ਮੁੱਦੇ ਦੇ ਕੋਈ ਗੱਲ ਨਹੀਂ ਕਰਨੀ, ਐ ਡੰਗ ਟਪਾ ਰਿਹਾ ਬੰਦਾ ਹੈ। ਸਾਨੂੰ ਇਹ CM ਮਨਜ਼ੂਰ ਨਹੀਂ, ਇਸ ਨੂੰ ਬਦਲਿਆ ਜਾਵੇ। ਇਹ ਮੰਗ ਹੁਣ ਉੱਠ ਖੜੀ ਆ ਵੀ ਸਾਨੂੰ, ਕਿਉਂਕਿ ਥੋੜੇ ਦਿਨ ਰਹਿ ਗਏ ਆ, ਘੱਟ ਤੋਂ ਘੱਟ ਕੁਝ ਮੁੱਦੇ ਦਾ ਹੱਲ ਕਰ ਲਈਏ ਆਪਾਂ। ਤੇ 4 ਮੰਤਰੀ 28 ਵਿਧਾਇਕ ਇਕੱਠੇ ਹੋ ਗਏ ਨੇ। ਹਰੀਸ਼ ਰਾਵਤ ਨਾਲ ਮੀਟਿੰਗ ਰੱਖ ਲਈ ਹੈ। ਸੋਨੀਆ ਗਾਂਧੀ ਨੇ ਉਹ ਮੰਗਿਆ ਉਹਨਾਂ ਨੇ ਟਾਈਮ, ਕਿ ਸਾਨੂੰ ਟਾਈਮ ਦਿਓ। ਇਹ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਰਹਿ ਸਕਦੇ, ਤੁਸੀਂ ਤੁਹਾਡਾ ਫੈਸਲਾ ਤੁਸੀਂ ਦੇਖੋ, ਪਰ ਸਾਨੂੰ ਇਹ ਚੰਗੇ ਲੱਗਦੇ। ਸਾਡੇ ਨਾਲ ਇਹ ਪੰਜਾਬ ਦੇ ਵਿੱਚ ਇਹ ਵਧੀਆ ਕੰਮ ਨਹੀਂ ਕਰ ਪਾ ਰਹੇ, ਕਾਂਗਰਸ ਦੇ ਵਿਰੋਧੀ ਬੰਦੇ ਹੈਗੇ ਆ। ਇਹ ਜਿਹੀ ਗੱਲਾਂ ਕਰਕੇ ਇਹਨਾਂ ਨੇ ਕੀਤਾ। ਤੇ ਹਰਪਾਲ ਚੀਮੇ ਨੇ ਵੀ ਇਹਦੀ ਤੱਕ ਉਹ ਲਈ ਆ, ਜਿਹੜਾ
LOP ਹੈਗਾ ਵਿਧਾਨ ਸਭਾ ਦੇ ਵਿੱਚ, ਉਹਨੇ ਕਿਹਾ ਕਿ ਜਦੋਂ ਉਹਨਾਂ ਦੇ ਮੰਤਰੀ, ਉਹਨਾਂ ਦੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਨਹੀਂ ਕਰ ਪਾ ਰਹੇ, ਉਹ ਸਵਾਲ ਖੜੇ ਕਰ ਰਹੇ ਉਹਦੀ ਕਾਰਜਕਾਰੀ ਦੇ, ਮਤਲਬ ਪੰਜਾਬ ਦੇ ਨਾਲ ਧੋਖਾ ਹੋ ਚੁੱਕਿਆ। ਕੈਪਟਨ ਨੂੰ ਗਲਤ ਤਰੀਕੇ ਦੇ ਨਾਲ ਉੱਥੇ ਮੁੱਖ ਮੰਤਰੀ ਬਣਾ ਤੇ ਮੁੱਖ ਮੰਤਰੀ ਬਣ ਕੇ ਉਸਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਪੰਜਾਬ ਦੇ ਭਲੇ ਲਈ ਹੋਵੇ। ਚਾਵਲਾ ਸਾਹਿਬ ਉਹ ਦੂਜੇ ਪਾਸੇ ਭਗਵੰਤ ਮਾਨ ਕਾਫੀ ਡਾਢਾ ਨਾਰਾਜ਼ ਲੱਗ ਰਿਹਾ ਕਿ ਲੀਡਰਸ਼ਿਪ CM ਦਾ ਐਲਾਨ ਕਰੇ। ਹਾਂ ਚਾਵਲਾ ਸਾਹਿਬ, ਇਹ ਭਗਵੰਤ ਮਾਨ ਨੇ ਪਤਾ ਨਹੀਂ ਕਿਉਂ ਖੁੱਡੇ ਲੈਣ ਲਾਇਆ ਕੇਜਰੀਵਾਲ ਨੇ ਜਾਂ ਕੇਜਰੀਵਾਲ ਦੀ ਲੀਡਰਸ਼ਿਪ ਨੇ। ਕੇਜਰੀਵਾਲ ਲਾਇਆ ਕਹਿ ਸਕਦੇ ਆਪਾਂ, ਭਗਵੰਤ ਮਾਨ ਦੀ ਗੱਲ ਨਹੀਂ ਹੋ ਪਾ ਰਹੀ। ਰਾਘਵ ਚੱਡਾ ਉੱਥੇ ਜ਼ਿਆਦਾ ਆ ਗਿਆ। ਰਾਘਵ ਚੱਡੇ ਨੂੰ ਪੰਜਾਬ ਦੇ ਵਿੱਚ ਹਰ ਜੇ ਕੋਈ PC ਕਰਨੀ ਹੈ ਤਾਂ ਵੀ ਰਾਘਵ ਚੱਡਾ, ਜੇ ਕਿਸੇ ਨੂੰ ਸ਼ਾਮਲ ਕਰਨਾ ਤਾਂ ਵੀ ਰਾਘਵ ਚੱਡਾ। ਭਗਵੰਤ ਮਾਨ ਕਿਤੇ ਰਿਮੂਵ ਜੇ ਹੋ ਗਏ ਵਿੱਚੋਂ, ਪਤਾ ਨਹੀਂ ਪਿੱਛੇ ਕਿਉਂ ਕਰਤਾ। ਉਹ ਸੰਦੀਪ ਪਾਠਕ ਵਰਗੇ ਬੰਦੇ, ਜਿਵੇਂ ਪਹਿਲਾਂ ਦੁਰਗੇਸ਼ ਪਾਠਕ ਸੀਗੇ, ਹੁਣ ਸੰਦੀਪ ਪਾਠਕ ਆ ਗਿਆ ਦਿੱਲੀ ਤੋਂ, ਉਹ ਇੱਥੇ ਆ ਗਏ ਆ। ਹਰ ਇੱਕ ਹਲਕੇ ਦੇ ਵਿੱਚ ਦਿੱਲੀ ਦਾ ਇੱਕ ਬੰਦਾ ਲਾ ਦਿੱਤਾ ਗਿਆ, ਹਰ ਇੱਕ ਹਲਕੇ ਦੇ ਵਿੱਚ ਦਿੱਲੀ ਤੋਂ ਇੱਕ ਬੰਦਾ ਲਾਇਆ, ਤੇ ਹਰ ਕੋਈ ਸੰਦੀਪ ਪਾਠਕ ਹੋ ਗਿਆ, 2 ਲੀਡਰ ਹੋਰ ਨੇ, 2-3 ਲੀਡਰ ਇਕੱਠੇ ਹੋ ਕੇ ਸਾਰੇ ਪੰਜਾਬ ਦੀ ਕਾਰਜਕਾਰੀ ਸੰਭਾਲ ਰਹੇ ਆ। ਤੇ ਜਿਹੜੇ MLA ਨੇ ਉਹ ਵਿਚਾਰੇ ਇੱਕ ਤਰ੍ਹਾਂ ਦੇ ਨਾ ਬਿਲਕੁਲ ਪਿੱਛੇ ਹੋ ਕੇ ਰਹਿ ਗਏ ਆ, ਤੇ ਕੁਝ ਕੁ ਬਸ 1-2 ਬੰਦਾ ਰਹਿ ਗਿਆ ਜਿਹੜਾ ਕਿ ਕੇਂਦਰ ਲੀਡਰਸ਼ਿਪ ਦੇ ਨਾਲ ਕੇਜਰੀਵਾਲ ਨਾਲ ਸਹੀ ਤਰੀਕੇ ਨਾਲ ਭੁਗਤ ਰਿਹਾ। ਨਹੀਂ ਬਾਕੀ ਸਭ MLA ਇੱਕ ਪਾਸੇ ਬੈਠੇ ਨੇ, ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਭਗਵੰਤ ਮਾਨ ਇੱਕ ਪਾਸੇ ਆ ਤੇ ਉਹ ਨਾਰਾਜ਼ ਹੈ। ਹੁਣ ਜਿਹੜੀ ਰੱਖੜ ਪੁੰਨਿਆ ਹੁੰਦੀ ਆ, ਆਪਣੀ ਰੱਖੜ ਪੁੰਨਿਆ ਦਾ ਪ੍ਰੋਗਰਾਮ ਰੱਖਿਆ ਸੀਗਾ ਉਹਨਾਂ ਨੇ ਆਮ ਆਦਮੀ ਪਾਰਟੀ ਨੇ, ਪਰ ਉਹ ਭਗਵੰਤ ਮਾਨ ਨੇ ਜਵਾਬ ਦੇ ਦਿੱਤਾ, ਮੈਂ ਨਹੀਂ ਜਾਣਾ ਉੱਥੇ। ਇਸ ਕਰਕੇ ਰੱਖੜ ਪੁੰਨਿਆ ਦਾ ਪ੍ਰੋਗਰਾਮ ਵੀ ਇਹਨਾਂ ਨੇ ਕੈਂਸਲ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ। ਭਗਵੰਤ ਮਾਨ ਕਿਵੇਂ ਠੀਕ ਹੋ ਗਏ? ਕਹਿੰਦੇ ਮੁੱਖ ਮੰਤਰੀ ਦਾ ਐਲਾਨ ਕਰੋ। ਜਦੋਂ ਤੁਸੀਂ ਉੱਤਰਾਖੰਡ ਦਾ ਮੁੱਖ ਮੰਤਰੀ ਦਾ ਐਲਾਨ ਕਰ ਸਕਦੇ ਹੋ, ਪਹਿਲਾਂ ਪੰਜਾਬ ਦਾ ਕਿਉਂ ਨਹੀਂ? ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਵਿੱਚ ਗੱਲ ਹੈਗੀ ਆ, ਪੰਜਾਬ ਦਾ CM ਦਾ ਐਲਾਨ ਕਰਨਾ ਬਣਦਾ, ਉਹਦਾ ਡੈਫੀਨਿਟਲੀ ਕਰਨਾ ਚਾਹੀਦਾ। ਚੱਲ ਰਹੀ ਹੈ ਗੱਲ। ਭਗਵੰਤ ਮਾਨ ਨੇ ਚਲੋ ਜੋ ਵੀ ਹੈ, ਚਾਹੇ ਉਹ CM ਦਾ ਚਿਹਰਾ ਮੋਰਾ ਬਣਨ ਨੂੰ ਹਰ ਬੰਦਾ ਜਿਹੜਾ ਹੈ ਉਹ ਤੜਫਦਾ ਕਿ ਮੈਂ ਮੁੱਖ ਮੰਤਰੀ ਬਣਾ, ਮੇਰੇ ਕੋਲ ਵੱਡੀ ਪਦਵੀ ਹੋਵੇ। ਭਗਵੰਤ ਮਾਨ ਨੇ ਕੀਤਾ ਪਾਰਟੀ ਲਈ ਜੋ ਕੁਝ ਵੀ ਹੈ। ਗੱਲ ਵੱਖਰੀ ਹੈ ਕਿ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਾਂਗੇ, ਉਹਦੀਆਂ ਗੱਲਾਂ ਬਾਤਾਂ ਨੂੰ ਕ੍ਰਿਟੀਸਾਈਜ਼ ਕਰਾਂਗੇ, ਉਹਦੀਆਂ ਹਰਕਤਾਂ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਹੈ ਨਾ। ਦੈਟਸ ਅ ਡਿਫਰੈਂਟ ਸਟੋਰੀ। ਬਟ ਪਾਰਟੀ ਨੂੰ ਚਿਹਰਾ ਤਾਂ ਅਨਾਉਂਸ ਕਰਨਾ ਹੀ ਚਾਹੀਦਾ। ਪਿਛਲੀ ਵਾਰੀ ਵੀ ਇਹਨਾਂ ਨੇ ਇਸੇ ਤਰ੍ਹਾਂ ਦੇ ਛਛੋਪਾਂ ਦੇ ਵਿੱਚ ਜਿਹੜਾ ਕੁਝ ਕਰਕੇ ਦਿਖਾਇਆ ਤੇ ਨਹੀਂ ਗੱਲ ਬਣੀ। ਮੇਰਾ ਅਗਲਾ ਕੁਐਸਚਨ ਹੈ, ਇੱਕ ਹੈ ਭਾਜਪਾ ਸੰਸਦ ਮੈਂਬਰ ਪ੍ਰਿਗਿਆ ਠਾਕੁਰ, ਕਾਫੀ ਬਿਆਨਾਂ ਕਰਕੇ ਚਰਚਾ 'ਚ ਰਹਿੰਦੀ ਹੈ, ਪਰੰਤੂ ਸਮਾਂ 1 ਘੰਟੇ ਦਾ ਆਪਣੀ ਚਾਲੇ ਚੱਲਦਾ ਜਾ ਰਿਹਾ। ਇੱਕ ਬ੍ਰੇਕ ਵੀ ਲੈਣੀ ਹੈ, ਹਿੰਦੀ ਸਮਾਚਾਰ ਵੀ, ਕਿਉਂਕਿ ਸਾਡੇ ਇੱਥੇ ਵੀ ਚੋਣਾਂ ਦਾ ਬਿਗਲ ਵੱਜਾ ਹੋਇਆ, ਉਹਦੀ ਆਪਾਂ ਗੱਲਬਾਤ ਰਾਤ ਨੂੰ ਪੂਰੀ ਡਿਟੇਲ ਦੇ ਵਿੱਚ ਖਬਰਾਂ ਦੇ ਰਾਹੀਂ ਵੀ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਸੈਗਮੈਂਟ ਰੱਖਣ ਜਾ ਰਹੇ ਹਾਂ, ਉਹਦੇ ਵਿੱਚ ਤੁਸੀਂ ਵੀ ਆਪਣਾ ਪਾਰਟਿਸਿਪੇਟ ਜਿਹੜਾ ਹੈ ਉਹ ਕਰ ਸਕਿਆ ਕਰੋਗੇ। ਨੰਬਰ ਨੋਟ ਕਰੋ। ਰੱਖੜ ਪੁੰਨਿਆ ਦੀ ਗੱਲ ਚੱਲੀ ਸੀ ਤੇ ਮੈਂ ਦੱਸ ਦਵਾਂ ਕਿ ਇਹਦਾ ਨਾਂ ਜਿਹੜਾ ਹੈ ਬਦਲ ਦਿੱਤਾ ਗਿਆ ਹੈ, ਕਿਉਂਕਿ ਬਾਬਾ ਬਕਾਲਾ ਦੇ ਵਿੱਚ ਜਦੋਂ ਕਿ ਸਿੱਖ ਜਥੇਬੰਦੀਆਂ, ਸਿੱਖ ਸਾਡੇ ਜਥੇਦਾਰ ਵੀ ਸਾਹਿਬ ਕਹਿ ਰਹੇ ਨੇ ਕਿ ਰੱਖੜੀ ਦਾ ਕੋਈ ਸਿੱਖਾਂ ਦੇ ਨਾਲ ਸੰਬੰਧ ਨਹੀਂ ਹੈ, ਪਰ ਰੱਖੜੀ ਹਰ ਸਿੱਖ ਬਣਾਉਂਦਾ ਹੈ, ਚਾਹੇ ਡਜ਼ਨ ਮੈਟਰ ਕੋਈ ਵੀ ਹੋਵੇ, ਬਣਾਉਂਦੇ ਨੇ। ਤੇ ਉਹ ਗੱਲ ਅਸੀਂ ਕਰੀ ਜਾਂਦੇ ਹਾਂ ਕਿ ਸੰਬੰਧ ਕੋਈ ਨਹੀਂ, ਪਰ ਗੁੱਟ ਤੇ ਰੱਖੜੀ ਹਰ ਸਿੱਖ ਦੇ ਤੁਸੀਂ ਵੇਖੋ ਮੋਟੀ ਵੱਜੀ ਹੁੰਦੀ ਹੈ, ਭੈਣਾਂ ਵੀ ਲੈ ਕੇ ਆਉਂਦੀਆਂ ਨੇ ਔਰ ਵੀਰ ਵੀ ਬਣਾਉਂਦੇ ਨੇ। ਪਰ ਰੱਖੜ ਪੁੰਨਿਆ ਦਾ ਨਾਂ ਬਾਬਾ ਬਕਾਲਾ ਤੋਂ ਬਦਲ ਕੇ ਗੁਰੂ ਲਾਧੋ ਦਿਵਸ ਰੱਖ ਦਿੱਤਾ ਗਿਆ, ਗੁਰੂ ਲਾਧੋ ਦਿਵਸ, ਤਾਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਉਹਨਾਂ ਨੇ ਭੌਰੇ ਦੇ ਵਿੱਚ ਤਪੱਸਿਆ ਕੀਤੀ ਸੀਗੀ। ਤੇ ਜਦੋਂ ਮੱਖਣ ਸ਼ਾਹ ਲੁਬਾਣਾ, ਤੁਹਾਨੂੰ ਸ਼ਾਇਦ ਯਾਦ ਹੋਊਗਾ, ਹਿਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ, ਉਹਨੇ ਆ ਕੇ ਗੁਰਲਾਧੋ ਰੇ, ਕਿਉਂਕਿ ਉੱਥੇ ਢੇਰੀਆਂ ਬੜੀਆਂ ਲੱਗ ਗਈ ਸੀ ਪਖੰਡੀ ਸਾਧਾਂ ਦੀਆਂ, ਕਿ ਦਿੱਲੀ ਬੈਠੇ ਸਤਿਗੁਰਾਂ ਨੇ ਕਿਹਾ ਸੀ ਕਿ ਅਗਲਾ ਗੁਰੂ ਬਕਾਲੇ ਹੈ, ਤੇ ਬਕਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਭਜਨ ਬੰਦਗੀ ਕਰਦੇ ਸਨ, ਸਾਦਾ ਜੀਵਨ ਜਿਉਂਦੇ ਸਨ। ਤੇ ਆ ਕੇ ਉੱਥੇ ਜਦੋਂ ਪਤਾ ਲੱਗਾ ਕਿ ਅਗਲੀ ਗੱਦੀ ਜਿਹੜੀ ਹੈ, ਆ ਜਿਹੜੀ ਗੱਦੀ ਕਰਕੇ ਟਪੂਸੀਆਂ ਜਿਹੀਆਂ ਮਰ ਜਾਂਦਾ ਕਿ ਮੈਨੂੰ ਉੱਥੇ ਸ਼ਾਇਦ ਗੱਦੀ ਮੁਰਾਦ ਸ਼ਾਹ ਦੀ ਮਿਲ ਜਾਵੇ। ਚਲੋ ਉਹਦਾ ਕੀ ਹਿਸਟਰੀ ਹੈ ਮੁਰਾਦ ਸ਼ਾਹ ਦੀ, ਉਹਦਾ ਵੀ ਕਿਤੇ ਤੁਹਾਨੂੰ ਇੱਕ ਵਾਰੀ ਲੇਖ ਸੁਣਾਇਆ ਸੀ, ਫਿਰ ਸੁਣਾ ਦਾਂਗੇ ਕਿ ਇੱਕ ਟੋਲੀ ਜੀ ਬਹਿੰਦੀ ਸੀ ਚਿਲਮਾ ਪੀਣ ਵਾਲਿਆਂ ਦੀ, ਹੌਲੀ ਹੌਲੀ ਕਿਸੇ ਨੇ ਉੱਥੇ ਹਰੀ ਝੰਡੀ ਚਾੜ ਦਿੱਤੀ, ਚੱਲ ਮੇਰੇ ਭਾਈ। ਉਹ ਜਿਵੇਂ ਅੰਮ੍ਰਿਤਸਰ ਤਾਰਾਂ ਵਾਲੇ ਪੁਲ ਦੇ ਉੱਤੇ ਕਿਸੇ ਨੇ, ਕੁਛ ਵੀ ਨਹੀਂ ਸੀ ਅੱਜ ਤੋਂ 35 ਸਾਲ ਪਹਿਲਾਂ, ਇੱਕ ਝੰਡੀ ਜੀ ਚਾੜੀ, ਇੱਕ ਬੀਬੀ ਨੇ ਆ ਕੇ ਪੜ੍ਹੀ ਲਿਖੀ ਨੇ ਲੱਡੂ ਬਣ ਤੇ ਮੇਰੇ ਮੁੰਡਾ ਹੋਇਆ, ਮੈਂ ਇੱਥੋਂ ਦੀ ਲੰਘਦੀ ਪਈ ਸਾਂ, ਮੈਂ ਕਿਹਾ ਬਾਬਾ ਮੇਰੇ ਮੁੰਡਾ ਹੋਵੇ, ਮੁੰਡਾ ਹੋ ਗਿਆ, ਕੁਦਰਤੀ ਹੋਣਾ ਸੀ। ਜੇ ਇੱਦਾਂ ਮੁੰਡੇ ਹੋਣ ਲੱਗ ਪੈਣ ਤਾਂ ਫਿਰ ਹਾਂਜੀ, ਤੇ ਉਹ ਉੱਥੇ ਚੱਕ ਕੇ ਪਰਾਂ ਕਰ ਦਿੱਤੀ। ਜੇ ਏਡਾ ਯਾਰਾ ਸੀ ਤੇ ਫਿਰ ਹਿਲਾ ਦਿੰਦਾ ਧਰਤੀ, ਹਾਂਜੀ ਵੀ ਨਹੀਂ ਚੱਕਣ ਦੇਣੀ ਮੈਂ। ਖੈਰ ਐਨੀਵੇ ਜੋ ਕੁਝ ਵੀ ਹੋਇਆ, ਇਹ ਉੱਥੇ ਆ ਕੇ ਬਕਾਲੇ ਪਖੰਡੀ
ਜਿਹੜੇ ਸੀ ਉਹ ਬੈਠ ਕੇ, ਪਰ ਅਸਲੀ ਗੁਰੂ ਲਾਧੋਰੇ ਦਿਵਸ ਜਿਹੜਾ ਉਹਦਾ ਨਾਂ ਰੱਖ ਦਿੱਤਾ ਗਿਆ। ਔਰ ਕਹਿੰਦੇ ਹੁੰਦੇ ਨੇ ਇੱਕ ਸ਼ਾਹ ਨੇ ਸਤਿਗੁਰੂ ਨੂੰ ਪ੍ਰਗਟਾਇਆ ਤੇ ਇੱਕ ਸ਼ਾਹ ਨੇ ਸਤਿਗੁਰੂ ਨੂੰ ਛੁਪਾਇਆ। ਹੁਣ ਕਿਹੜੇ ਨੇ? ਇੱਕ ਲੱਖੀ ਸ਼ਾਹ ਸੀਗਾ ਜਿਹਨੇ ਆਪਣੇ ਘਰ ਨੂੰ ਅੱਗ ਲਾ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰ ਲਈਏ ਤਾਂ ਉਹਨੇ ਛੁਪਾਇਆ ਸੀ, ਤੇ ਇੱਕ ਨੇ ਪ੍ਰਗਟਾਇਆ ਸੀ ਗੁਰੂ ਲਾਧੋਰੇ ਇੱਕ ਲਖਣੀ ਮਾਈ ਪੱਖਣ ਸ਼ਾਹ ਲਵਾਣਾ। ਬੀਬੀ ਪ੍ਰਿਗਿਆ ਠਾਕੁਰ ਕਹਿੰਦੀ ਹੈ ਕਿ ਪ੍ਰਾਪੇਗੰਡਾ ਹੈ ਕਾਂਗਰਸ ਦਾ, ਤੇਲ ਦੀਆਂ ਕੀਮਤਾਂ ਦੇ ਵਿੱਚ ਕੋਈ ਵਾਧਾ ਬੂਦਾ ਨਹੀਂ ਹੋਇਆ, ਇਹ ਤਾਂ ਸਿਰਫ ਪ੍ਰਾਪੇਗੰਡਾ। ਕੀ ਕਹਿਣਾ ਚਾਹੋਗੇ? ਠੀਕ ਹੈ ਚਾਵਲਾ ਸਾਹਿਬ, ਇਹ ਤਾਂ ਫਿਰ ਕਹਿਣਾ ਨਾ ਬਣਦਾ, ਭਾਜਪਾ ਦੀ ਹੈਗੀ ਹੈ ਤੇ ਤਾਂ ਫਿਰ ਕਹਿ ਰਹੀ ਹੈ ਨਾ। ਸ਼ਰਮ ਕਹਿੰਦੇ ਐਵੇਂ ਕਾਂਗਰਸ ਹੋਗਾ, ਰਾਹੁਲ ਗਾਂਧੀ ਉਹਨੂੰ ਝੂਠ ਬੋਲਣ ਤੋਂ ਇਲਾਵਾ ਕੰਮ ਹੀ ਨਹੀਂ ਕੋਈ ਹੈਗਾ, ਇਹ ਸ਼ਰਮ ਕਹਿੰਦੀ ਹੈ। ਜਿਹੜੀ ਇਹ ਪ੍ਰੋਪਗੈਂਡਾ ਕਰਕੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦਾ, ਕਿਹੜੇ ਵੱਧਦਾ, ਕਿੱਥੇ ਮਹਿੰਗਾਈ ਹੈ? ਕਹਿੰਦੀ ਮਹਿੰਗਾਈ ਤਾਂ ਪੰਜਾਬ ਨਾਲ ਭਾਰਤ ਚ ਆਈ ਨਹੀਂ। ਇਹ ਸਭ ਪ੍ਰੋਪਗੈਂਡਾ ਕਰ ਰਹੇ ਨੇ ਭਾਜਪਾ ਸਰਕਾਰ ਦੇ ਖਿਲਾਫ। ਕਿਸੇ ਤੇਲ ਦੀ ਕੋਈ ਕੀਮਤ ਚ ਵਾਧਾ ਨਹੀਂ ਹੋਇਆ ਹੈਗਾ। ਤੇ ਹੁਣ ਐਵੇਂ ਲੋਕੀ ਰੋਈ ਜਾਂਦੇ, ਪਤਾ ਕਿ ਤੇਲ 104 ਤੋਂ ਲੈ ਕੇ 10 ਰੁਪਏ ਪੈਟਰੋਲ ਪਹੁੰਚ ਚੁੱਕਿਆ। ਇਹ ਉਹ ਗੱਲ ਆ ਬੀਬੀ ਪ੍ਰਗਿਆ ਠਾਕੁਰ ਦੀ ਵੀ ਬੱਚੇ ਰੋਂਦੇ ਵੇਖ ਕੇ, ਇੱਕ ਅਮੀਰ ਦੇ ਬੱਚੇ ਨੇ ਪੁੱਛਿਆ ਰੋਂਦੇ ਕੋ, ਕਹਿੰਦੇ ਰੋਟੀ ਲਈ, ਕਹਿੰਦੇ ਕੇਕ ਖਾ ਲੈਣ। ਛੋਟੀ ਜੀ ਗੱਲ ਸੀ, ਲੰਬੀ ਚੌੜੀ ਹੈ। ਆਓ ਜੀ ਅਗਲੀ ਕਾਲ ਲੈ ਲੈਂਦੇ ਆ, ਲਾਸਟ ਕਾਲ ਹੋਵੇਗੀ। ਇੱਕ ਰਾਹੁਲ ਗਾਂਧੀ ਦਾ ਬਿਆਨ ਹੈ ਕਿ 70 ਸਾਲਾਂ ਦੇ ਵਿੱਚ ਜੋ ਬਣਾਇਆ ਉਹ ਕਾਂਗਰਸ ਦਾ ਇੱਕ ਬਿਆਨ ਹੈ ਰਾਹੁਲ ਗਾਂਧੀ ਦਾ ਕਿ ਉਹ ਭਾਜਪਾ ਵੇਚ ਰਹੀ ਹੈ। ਪਰੰਤੂ ਕੁਇਕਲੀ ਕਾਲ ਲੈਣਾ ਚਾਹੋਗੇ। ਵੈਲਕਮ ਜੀ। ਚਾਵਲਾ ਸਾਹਿਬ, ਜਿੱਦੇ ਇਹਨਾਂ ਨੇ ਐਲਾਨ ਕਰਤਾ ਨਾ ਆਪ ਵਾਲਿਆਂ ਨੇ ਆ ਮੁੱਖ ਮੰਤਰੀ, ਉਦੋਂ ਇਹਨਾਂ 'ਚ ਹੋਰ ਫੁੱਟ ਪੈ ਜਾਣੀ ਹੈ। ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਆ ਉਹ ਕਹਿ ਕੇ ਗਿਆ ਨਾ ਸਿੱਖ ਚਿਹਰਾ ਹੋ, ਉਹਦੇ ਦੀ ਕਿੰਨੀ ਨੁਕਤਾਚੀਨੀ ਹੋ ਰਹੀ ਹੈ। ਕਿਉਂ ਨਹੀਂ ਕੇਂਦਰੀ ਵਾਲੇ ਕਹਿ ਦਿੰਦਾ ਚੁਣੇ ਹੋਏ ਐਮਐਲਏ ਹੀ ਮੁੱਖ ਮੰਤਰੀ ਚੁਣਨਗੇ, ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤਾਂ ਲਗਾਤਾਰ ਬੰਦੀਆਂ ਆ ਰਹੀਆਂ, ਇਸ ਕਰਕੇ ਉਹ ਐਲਾਨ ਕਰ ਦਿੰਦੇ ਆ। ਵੇਖ ਲਿਆ ਜੀ। ਮਿਹਰਬਾਨੀ, ਥੈਂਕ ਯੂ, ਬਹੁਤ ਵਧੀਆ ਗੱਲ ਕੀਤੀ। ਹਾਂਜੀ, ਰਾਹੁਲ ਗਾਂਧੀ ਨੇ ਕਿਹਾ ਕਿ 70 ਸਾਲਾਂ 'ਚ ਜੋ ਬਣਾਇਆ ਉਹ ਵੇਚ ਰਹੀ ਹੈ ਭਾਜਪਾ। ਕੁਇਕਲੀ ਕੀ ਕਹਿਣਾ ਚਾਹੋਗੇ? ਮੋਨਟਾਈਜੇਸ਼ਨ ਜਿਹੜਾ ਹੈ ਨਾ, ਜਿਹੜਾ ਕਿ ਮੁਦਰਾ ਕਰਨਾ ਹੈਗਾ ਨਾ ਜੀ ਭਾਰਤ ਵਿੱਚ, ਨਿਰਮਲਾ ਸੀਤਾਰਮਨ ਨੇ ਕਿਹਾ ਨਾ ਵਿੱਤ ਮੰਤਰੀ ਨੇ ਕਿ ਅਸੀਂ ਜਾਇਦਾਦਾਂ ਜਿਹੜੀ ਨਿੱਜੀਕਰਨ ਕਰਕੇ ਵਿੱਚ ਜੋ ਵੀ ਹੈਗਾ ਅਸੀਂ ਭਾਰਤ ਦੇ ਵਿੱਚ 88,000 ਕਰੋੜ ਰੁਪਏ 4 ਸਾਲਾਂ ਵਿੱਚ ਅਸੀਂ ਇਕੱਠਾ ਕਰਨਾ ਹੈਗਾ। ਤੇ ਉਹਦੇ ਇਹ ਜਿਹੜੀ ਗੱਲ ਕੀਤੀ ਹੈ ਨਾ, ਤੇ ਉਸ ਸੰਬੰਧ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਵਿੱਚ 70 ਸਾਲਾਂ ਦੇ ਵਿੱਚ ਜੋ ਬਣਾਇਆ ਸੀਗਾ ਉਹ ਅੱਜ ਭਾਜਪਾ ਵੇਚ ਰਹੀ ਹੈ, ਭਾਰਤ ਨੂੰ ਵੇਚ ਰਹੀ ਹੈ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸੋ ਨਾਈਸ ਸਰ, ਥੈਂਕ ਯੂ, ਸ਼ੁਕਰੀਆ ਚਾਵਲਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।